ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਹੈ ਮਲਕ ਭਾਗੋ ਤੇ ਭਾਈ ਲਾਲੋ। ਇਹ ਪਾਠ ਭਾਈ ਵੀਰ ਸਿੰਘ ਜੀ ਦੀ ਕਿਤਾਬ ਗੁਰੂ ਨਾਨਕ ਚਮਤਕਾਰ ਚੋਂ ਲਿਆ ਗਿਆ। ਇਹ ਕਹਾਣੀ ਸਾਖੀ ਰੂਪ ਵਿੱਚ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਇਸ ਸਾਖੀ ਨੂੰ ਖੋਲਣ ਤੋਂ ਪਹਿਲਾਂ ਮੈਂ ਬਾਬਾ ਫਰੀਦ ਜੀ ਦੇ 2 ਸ਼ਲੋਕ ਆਪ ਜੀ ਨਾਲ ਸਾਂਝੇ ਕਰਨਾ ਚਾਹਾਂਗਾ। ਬਾਬਾ ਫਰੀਦ ਜੀ ਕਹਿੰਦੇ ਹੈ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਦੂਜਾ ਸ਼ਲੋਕ ਹੈ ਉਹਨਾਂ ਦਾ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇੱਕ ਪਾਸੇ ਰੁੱਖੀ ਸੁੱਖੀ ਰੋਟੀ ਹੈ ਤੇ ਦੂਜੇ ਪਾਸੇ ਚੋਪੜੀ ਹੋਈ ਰੋਟੀ। ਬਾਬਾ ਫਰੀਦ ਰੁੱਖੀ ਸੁੱਕੀ ਰੋਟੀ ਦੀ ਹਿਮਾਇਤ ਕਰਦੇ ਹੈ ਤੇ ਚੋਪੜੀ ਹੋਈ ਰੋਟੀ ਤੋਂ ਬਚਣ ਦੀ ਹਦਾਇਤ ਦਿੰਦੇ ਹੈ। ਉਸ ਤੋਂ ਬਾਅਦ ਬਾਬਾ ਫਰੀਦ ਤੋਂ ਸਾਲਾਂ ਬਾਅਦ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਦੇ ਹਾਂ, ਕਿਉਂਕਿ ਬਾਬਾ ਫਰੀਦ ਦਾ ਜਿਹੜਾ ਜਨਮ ਹੈ ਉਹ 1173 ਦਾ ਤੇ 1469 ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਹੁੰਦੀ ਹੈ। ਕਈ ਸਾਲਾਂ ਦਾ ਫਰਕ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਅਸੀਂ ਇੱਕ ਪਾਸੇ ਮਲਕ ਭਾਗੋ ਹੈ ਜਿਹਦੇ ਦੇਸੀ ਘਿਓ ਨਾਲ ਚੋਪੜੇ ਹੋਏ ਪੂੜੇ ਨੇ ਤੇ ਦੂਜੇ ਪਾਸੇ ਗਰੀਬ ਭਾਈ ਲਾਲੋ ਹੈ ਜਿਹਦੇ ਕੋਲ ਕੋਦਰੇ ਦੀ ਸੁੱਕੀ ਰੋਟੀ ਹੈ। ਬਾਬਾ ਨਾਨਕ ਵੀ ਭਾਈ ਲਾਲੋ ਦੇ ਹੱਕ ਵਿੱਚ ਖੜੇ ਹੈ। ਕਾਰਲ ਮਾਰਕਸ ਨੇ ਸਦੀਆਂ ਬਾਅਦ ਕਿਹਾ ਕਿ ਦਬੇ ਕੁਚਲਿਆਂ ਦੇ ਹੱਕ ਦੀ ਜਦੋਂ ਉਸਨੇ ਆਵਾਜ਼ ਚੁੱਕੀ ਤਾਂ ਇਹ ਆਵਾਜ਼ ਤਾਂ ਬਹੁਤ ਪਹਿਲਾਂ ਹੀ ਸਾਡੇ ਪੀਰਾਂ, ਫਕੀਰਾਂ, ਗੁਰੂਆਂ, ਸਾਈਆਂ ਨੇ ਬੁਲੰਦ ਕਰ ਦਿੱਤੇ ਸੀ। ਅਸੀਂ ਉਸ ਆਵਾਜ਼ ਦੀ ਧਮਕ ਨੂੰ ਪਛਾਣ ਨਹੀਂ ਸਕੇ, ਸਮਝ ਨਹੀਂ ਸਕੇ। ਸਾਡੇ ਕੋਲੋਂ ਬਹੁਤ ਵੱਡਾ ਖਜ਼ਾਨਾ ਹੈ। ਭਾਈ ਵੀਰ ਸਿੰਘ ਦੀਆਂ ਜਿਹੜੀਆਂ ਕਿਤਾਬਾਂ, ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ, ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੀਆਂ ਹੋਈਆਂ ਤੱਥ ਭਰਪੂਰ ਜਿਹੜੀਆਂ ਕਹਾਣੀਆਂ, ਅਸੀਂ ਉਹਨਾਂ ਨੂੰ ਨਾ ਤਾਂ ਸਮਝ ਸਕੇ, ਨਾ ਉਹਦਾ ਪ੍ਰਚਾਰ ਪ੍ਰਸਾਰ ਕਰ ਸਕੇ ਤੇ ਨਾ ਹੀ ਉਸ ਨੂੰ ਆਪਣੇ ਜੀਵਨ ਵਿੱਚ ਢਾਲ ਸਕੇ। ਅੱਜ ਲੋੜ ਹੈ ਇਹਨਾਂ ਕਿਰਤਾਂ ਨੂੰ, ਇਹਨਾਂ ਰਤਨਾ ਜਵਾਹਰਾਂ ਨੂੰ ਮੁੜ ਕੇ ਪੜਚੋਲਣ ਦੀ ਤੇ ਇਹਨਾਂ ਨੂੰ ਸਮਝਣ ਦੀ। ਅੱਜ ਮੈਂ ਭਾਈ ਵੀਰ ਸਿੰਘ ਜੀ ਦਾ ਇਹ ਪਾਠ, ਕਿਉਂਕਿ ਪਾਠ ਜਿਹੜਾ ਹੈ ਉਹ ਆਪਣੇ ਆਪ ਵਿੱਚ ਆਕਾਰ ਦੇ ਪੱਖੋਂ ਕਾਫੀ ਵੱਡਾ ਹੈ, ਇਹਦੇ ਜ਼ਰੂਰੀ ਵਾਰਤਕ ਅੰਸ਼ ਲੈਂਦੇ ਹੋਏ ਮੈਂ ਇਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਵਾਂ। ਕਿਉਂਕਿ ਅਸੀਂ ਮਲਕ ਭਾਗੋ ਨੂੰ ਸਿਰਫ ਇੱਕ ਤਨਾੜ, ਇੱਕ ਲਹੂ ਪੀਣੇ ਵਜ਼ੀਰ ਦੇ ਰੂਪ ਵਿੱਚ ਹੀ ਦੇਖਦੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਮਲਕ ਭਾਗੋ ਹਮੇਸ਼ਾ ਮਲਕ ਭਾਗੋ ਨਹੀਂ ਰਿਹਾ, ਉਹ ਭਾਈ ਲਾਲੋ ਵੀ ਹੋ ਗਿਆ ਸੀ। ਜਿਵੇਂ ਭੂਮੀਆ ਚੋਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਬਾਅਦ ਭੂਮੀਆ ਚੋਰ ਨਾ ਰਿਹਾ, ਜਿਵੇਂ ਸੱਜਣ ਠੱਗ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਬਦ ਨੂੰ ਸੁਣ ਕੇ ਠੱਗ ਨਾ ਰਿਹਾ, ਸੱਜਣ ਹੋ ਗਿਆ, ਤਿਵੇਂ ਹੀ ਮਲਕ ਭਾਗੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਤੋਂ ਬਦਲ ਕੇ ਭਾਈ ਲਾਲੋ ਹੋ ਗਿਆ। ਭਾਈ ਲਾਲੋ ਦਾ ਸਾਥੀ ਹੋ ਗਿਆ, ਗੁਰਮੁਖ ਗੁਰਸਿੱਖ ਹੋ ਗਿਆ। ਇਹ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਤੋਂ ਲੈ ਕੇ ਐਮਨਾਬਾਦ ਤੱਕ ਦੀ ਯਾਤਰਾ ਦਾ ਹਾਲ ਹੈ। ਇਸ ਵਿੱਚ ਸੁਲਤਾਨਪੁਰ ਦਾ ਨਵਾਬ
ਜਿਹੜਾ ਗੁਰੂ ਨਾਨਕ ਦੇਵ ਜੀ ਦੇ 13 ਦੇ ਰੰਗ ਨੂੰ ਦੇਖ ਚੁੱਕਾ ਸੀ, ਤੇ ਜਿਹੜਾ ਐਮਨਾਬਾਦ ਦਾ ਨਵਾਬ ਹੈ ਉਹਦਾ ਵਜ਼ੀਰ ਮਲਕ ਭਾਗੋ ਹੈ। ਮਲਕ ਭਾਗੋ ਦੇ ਨਾਲ ਜਦੋਂ ਬਾਬੇ ਨਾਨਕ ਦੀ ਮੁਲਾਕਾਤ ਹੁੰਦੀ ਹੈ, ਜਦੋਂ ਬ੍ਰਹਮ ਭੋਜ ਤੇ ਬੁਲਾਇਆ ਜਾਂਦਾ, ਬਾਬਾ ਨਾਨਕ ਜਾਣ ਤੋਂ ਮਨਾ ਕਰਦੇ ਹੈ। ਜੋ ਗੱਲਬਾਤ ਹੁੰਦੀ ਹੈ ਤੇ ਫਿਰ ਜੋ ਪ੍ਰਤੱਖ ਰੂਪ ਵਿੱਚ ਉਸ ਨੂੰ ਦਿਖਾਉਂਦੇ ਹੈ ਕਿ ਮੈਂ ਕਿਉਂ ਨਹੀਂ ਤੇਰੇ ਬ੍ਰਹਮ ਭੋਜ ਵਿੱਚ ਸ਼ਾਮਲ ਹੋਇਆ, ਉਹ ਬਹੁਤ ਬਹੁਤ ਬਾਕਮਾਲ ਦੀ ਗੱਲ ਆ। ਸਾਡੇ ਮਨ ਵਿੱਚ ਕੁਝ ਕਿੰਤੂ ਪਰੰਤੂ ਆ ਜਾਂਦੇ ਆ। ਨਵੀਂ ਪੀੜ੍ਹੀ ਹੈ ਨਾ, ਪ੍ਰਸ਼ਨ ਪੁੱਛਣਾ ਬਣਦਾ ਵੀ ਹੈ, ਤੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਉਹ ਸਾਡੇ ਕੋਲ ਹੁੰਦੇ ਆ, ਪਰ ਅਸੀਂ ਉਹਨਾਂ ਦੀ ਤਸੱਲੀ ਨਹੀਂ ਕਰਵਾ ਸਕਦੇ। ਵਾਕਈ ਕਿਸੇ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਦਾ ਡਿੱਗਣਾ ਤੇ ਪੂੜੀਆਂ ਵਿੱਚੋਂ ਲਹੂ ਦੇ ਟੋਪਿਆਂ ਦਾ ਡਿੱਗਣਾ ਕਿਵੇਂ ਸੰਭਵ ਹੈ? ਪਰ ਇਹ ਸਾਰੇ ਜਿਹੜੇ ਚਿੱਤਰ ਹੈ, ਜਿਹੜੀਆਂ ਸਾਰੀਆਂ ਤਸਵੀਰਾਂ ਹੈ, ਇਹ ਜਿਹੜੇ ਬਿੰਬ ਹੈ, ਇੱਕ ਬਹੁਤ ਵੱਡਾ ਸੁਨੇਹਾ ਦੇ ਰਹੇ ਹੁੰਦੇ ਆ। ਉਸ ਸੁਨੇਹੇ ਨੂੰ ਸਮਝਣ ਦੀ ਬਜਾਏ ਅਸੀਂ ਹੋਰ ਹੀ ਗੱਲਾਂ ਵੱਲ ਪੈ ਜਾਂਦੇ ਹਾਂ। ਮੈਨੂੰ ਯਾਦ ਆਉਂਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਇੱਕ ਗੱਲ ਕਿਹਾ ਕਰਦੇ ਆ ਕਿ ਜਦੋਂ ਅਸੀਂ ਪੁਰਾਣੇ ਚਿੱਤਰ ਦੇਖਦੇ ਸਾਂ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਇੱਕ ਪਾਸੇ ਭਾਈ ਬਾਲਾ ਜੀ ਬੈਠੇ ਹੁੰਦੇ ਸਨ, ਇੱਕ ਪਾਸੇ ਭਾਈ ਮਰਦਾਨਾ ਜੀ ਬੈਠੇ ਹੁੰਦੇ ਸਨ। ਉਹ ਚਿੱਤਰ ਇਸ ਗੱਲ ਦੇ ਸੂਚਕ ਸਨ ਕਿ ਜੋ ਦੋ ਵੱਡੀਆਂ ਸੰਸਕ੍ਰਿਤੀਆਂ, ਹਿੰਦੂ ਸੰਸਕ੍ਰਿਤੀ ਤੇ ਇਸਲਾਮਿਕ ਸੰਸਕ੍ਰਿਤੀ, ਇਹ ਗੁਰੂ ਨਾਨਕ ਤੋਂ ਮੁਤਾਸਰ ਆ। ਇਹ ਵੱਡੀਆਂ ਸੰਸਕ੍ਰਿਤੀਆਂ, ਇਹ ਵੱਡੇ ਸੱਭਿਆਚਾਰ ਗੁਰੂ ਨਾਨਕ ਦੇਵ ਜੀ ਤੋਂ ਆਕਰਸ਼ਿਤ ਹੋ ਰਹੇ ਹਨ, ਗੁਰੂ ਨਾਨਕ ਦੇਵ ਜੀ ਪ੍ਰਤੀ ਮੁਤਾਸਰ ਹੋ ਰਹੇ ਹਨ। ਪਹਿਲਾਂ ਅਸੀਂ ਭਾਈ ਬਾਲਾ ਜੀ ਨੂੰ ਉਸ ਚਿੱਤਰ ਚੋਂ ਖਾਰਜ ਕੀਤਾ, ਫਿਰ ਅਸੀਂ ਭਾਈ ਮਰਦਾਨੀ ਨੂੰ ਉਸ ਚਿੱਤਰ ਚੋਂ ਖਾਰਜ ਕੀਤਾ, ਤੇ ਅੱਜ ਸਿਰਫ ਗੁਰੂ ਨਾਨਕ ਦੇਵ ਜੀ ਦਾ ਇਕੱਲਿਆਂ ਦਾ ਚਿੱਤਰ ਰਹਿ ਜਾਂਦਾ। ਗੁਰੂ ਨਾਨਕ ਕੇਵਲ ਸਿੱਖਾਂ ਦੇ ਗੁਰੂ ਬਣਾ ਕੇ ਰੱਖਦੇ ਸੀ। ਗੁਰੂ ਨਾਨਕ ਦੇਵ ਜੀ ਨੇ ਜੋ ਦਾਇਰੇ ਉਲੰਘੇ ਸਨ, ਕਿਤੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਤਪਾ ਕਿਹਾ ਜਾ ਰਿਹਾ ਸੀ, ਕਿਤੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਸ਼ਾਹ ਕਿਹਾ ਜਾ ਰਿਹਾ ਸੀਗਾ, ਕਿਤੇ ਤਾਂ ਉਹਨਾਂ ਦੇ ਅੰਤਮ ਵੇਲੇ ਉਹਨਾਂ ਦੀ ਚਾਦਰ ਨੂੰ ਲੈ ਕੇ ਇੱਕ ਵਿਵਾਦ ਖੜਾ ਹੋ ਗਿਆ ਸੀ। ਦੋਹੇ ਆਪਣਾ ਆਪਣਾ ਮੁਰਸ਼ਿਦ ਜਿਹੜੇ ਕਥਦੇ ਸਨ, ਤੇ ਕਿਤੇ ਅਸੀਂ ਇੱਕ ਦਾਇਰੇ ਵਿੱਚ ਬੰਨ ਕੇ ਰੱਖ ਦਿੱਤਾ। ਹੁਣ ਉਹ ਜਿਹੜੀ ਸਿੰਬੋਲਿਕ ਗੱਲਾਂ ਸੀਗੀਆਂ, ਅਸੀਂ ਉਹਨਾਂ ਦੇ ਅਰਥਾਂ ਤੱਕ, ਉਹਨਾਂ ਦੇ ਭਾਵਾਂ ਤੱਕ ਨਹੀਂ ਪਹੁੰਚ ਪਾਏ। ਭਾਵਾਂ ਤੋਂ ਸਖਣੇ ਹੋ ਕੇ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤੇ ਉਹ ਗੱਲ ਜਿਹੜੀ ਹੈ ਬਣਦੀ ਨਹੀਂ ਹੈ। ਇਹ ਜਿਹੜੀਆਂ ਸਾਖੀਆਂ ਲਿਖੀਆਂ ਗਈਆਂ, ਪੁਰਾਤਨ ਜਨਮ ਸਾਖੀ ਲਿਖੀ ਗਈ, ਭਾਈ ਬਾਲੇ ਵਾਲੀ ਜਨਮ ਸਾਖੀ ਲਿਖੀ ਗਈ, ਭਾਈ ਵੀਰ ਸਿੰਘ ਜੀ ਨੇ ਜੋ ਆਧੁਨਿਕ ਪੰਜਾਬੀ ਅਸੀਂ ਕਹਿ ਸਕਦੇ ਹਾਂ ਸਾਹਿਤ ਦੇ ਪਿਤਾਮਾ ਨੇ, ਉਹਨਾਂ ਨੇ ਜੋ ਗੱਲਾਂ ਲਿਖੀਆਂ ਉਹ ਬਹੁਤ ਸ਼ਰਧਾ ਵਿੱਚ ਭਿੱਜ ਕੇ ਲਿਖੀਆਂ, ਬਹੁਤ ਤੱਥ ਭਰਪੂਰ ਲਿਖੀਆਂ। ਹੁਣ ਉਹ ਬਹੁਤ ਵੱਡੇ ਪ੍ਰਤੀਕ ਹੈ। ਉੱਥੇ ਲਹੂ ਦੇ ਟੋਪੇ ਡਿੱਗਣਾ, ਉੱਥੇ ਦੁੱਧ ਦੀਆਂ ਬੂੰਦਾਂ ਦਾ ਗਿਰਨਾ, ਹੱਕ ਹਲਾਲ ਦੀ ਕਮਾਈ ਤੇ ਹਰਾਮ ਦੀ ਕਮਾਈ, ਮੁਰਦਾਰ ਕੀ ਹੈ, ਉਹਦਾ ਫਰਕ ਜਿਹੜਾ ਹੈ ਉਹ ਸਾਡੇ ਸਾਹਮਣੇ ਰੱਖਿਆ ਗਿਆ। ਇਸੇ ਤਰ੍ਹਾਂ ਇੱਕ ਹੋਰ ਘਟਨਾ, ਕਿਉਂਕਿ 4 ਘਟਨਾਵਾਂ ਇਹਦੇ ਵਿੱਚ ਆਉਂਦੀਆਂ ਸਿਲਸਿਲੇਵਾਰ, ਥੋੜੀ ਜਿਹੀ ਮੈਂ ਗੱਲ ਕਰਕੇ ਫਿਰ ਅਗਲੀ ਗੱਲ ਆਪ ਜੀ ਨਾਲ ਸਾਂਝੀ ਕਰਦਾ ਵਾਂ। ਹੁਣ ਜਿਹੜੀ ਦੂਜੀ ਗੱਲ ਹੈ, ਨਵਾਬ ਦਾ ਪੁੱਤਰ ਬਿਮਾਰ ਹੋ ਗਿਆ, ਵੈਦਾਂ ਹਕੀਮਾਂ ਤੋਂ ਰਾਜੀ ਨਹੀਂ ਹੋ ਰਿਹਾ। ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰੋਂ ਕੋਦਰੇ ਦੀ ਰੋਟੀ ਦਾ ਟੁੱਕਰ ਮੰਗਾ ਕੇ ਜਦੋਂ ਨਵਾਬ ਦੇ ਪੁੱਤਰ ਨੂੰ ਦਿੰਦੇ, ਉਹ ਰਾਜੀ ਹੋ ਜਾਂਦਾ। ਕਹਿੰਦੇ ਕਿ ਜਿਹੜਾ ਨਵਾਬ ਹੈ ਉਹ ਅਚੰਭਿਤ, ਭਾਗੋ ਅਚੰਭਿਤ, ਹੋਰ ਲੋਕ ਅਚੰਭਿਤ, ਭਾਈ ਲਾਲੋ ਅਚੰਭਿਤ, ਸਭ ਅਚੰਭਿਤ, ਪਰ ਅਸੀਂ ਅਚੰਭਿਤ ਨਹੀਂ ਹੁੰਦੇ। ਸਾਨੂੰ ਲੱਗਦਾ ਹੋਈ ਨਹੀਂ ਸਕਦਾ। ਅੱਜ ਦੇ ਸਮੇਂ ਵਿੱਚ ਵੀ ਇਹ ਗੱਲ ਦੇਖਣ ਨੂੰ ਆਉਂਦੀ ਹੈ ਕਿ ਇੱਕ ਮਰੀਜ਼ ਨੂੰ ਡਾਕਟਰਾਂ ਵੱਲੋਂ ਜਵਾਬ ਮਿਲ ਗਿਆ,
लेकिन एक संत के प्रताप नाल ਉਹ ਨੌਬਰਨੋ हो गया। जे अज ये संभव है तो गुरु नानक पातशाह के नदरे इनायत विच कि संभव नहीं हो सकता। बहुत सारियां गल्लां उस तो बाद असीं देखते हैं कि मलक भागो के जीवन विच एक तब्दीली आउंदी है। उत्थे एक इशारा करते हैं गुरु नानक देव, बाबर के हमले का इशारा किया जा रहा कि जुल्म की चक्की जो पठान राज वालों चल रही है हमेशा नहीं चलती रहेगी। सावधान कर रहे हैं, चेतावनी दे रहे हैं, सुचेत कर रहे हैं, नवाब नूं भी सुचेत कर रहे हैं कि ये तेरा जिहड़ा पुत्र बीमार है, इस सुख दी नींदे सौंदा, आउण वाला समा बड़ा खतरनाक है। शहजादियां ने मोछियां वांग कटीजणा, बड़ा भारी समा होएगा। वो होया भी, ऐतिहासिक तथ्य है। पाप की जंजल काबुलों आया, हिंदुस्तान डराया। बाबर बाणी विच बाबे नानक ने गल स्पष्ट की है। सब तो पहला हिंदुस्तान शब्द ही बाबा नानक वरत रहे हैं, बाबर नूं जबर कह रहे हैं। उस जिहड़ी कतलेआम जिहड़ी बाबर दे वेले हुई, उसका इशारा पहला तो ही कर रही हैं। नवाब ना समझ सकिया, लेकिन मलक भागो नूं समझ आ गई। मलक भागो ने जदों समझ आई ते लोकां दा खून चूस चूस के इकट्ठा कीता, धन लोकां विच ही वंड दिता ते कीर्ति किहदी फैल गई? बाबे नानक दी। लोग कहण लगे एडा वड्डा असराल सप सोधिया है बाबे नानक ने। मलक भागो विच की तब्दीली आउंदी है? गुरु जी दे चरण फड़ लैंदा कि हे सच्चे पातशाह, आउण वाले दुखां तो रख ला। किस तरह जदों बेसुध दी हालत विच हुंदा है, नीम बेहोशी दी हालत विच हुंदा है, ते भाई लालो पानी दा छट्टा मारदा, गुरु नानक देव जी उहदे सिर ते हथ धर के उसनूं कहंदे आ बोल वाहिगुरु, ते वाहिगुरु शब्द उसदे अंदर टिक जांदा। किदां गुरसिख बन जांदा। इस गल दा जिक्र असीं करदे ही नहीं। असीं सिर्फ मलक भागो दा ओह पक्ष देखदे हां जदों लोटू दे तौर ते साडे सामने आउंदा, पर जो उहदे विच तब्दीली आउंदी है, जो ओ निमरता ते गरीबी दा पुंज हो जांदा है, भाई लालो दा साथी बन जांदा है, ओ जिहड़ी गल है ओ साडे तक नहीं पहुंच पांदी। मैं एक निमाणा जिहा यतन कीता कि यह पूरा पाठ 4 घटनावां दे विच इहदे जिहड़े जरूरी वार्तक अंश हैं जो भाई वीर सिंह जी दी अपनी मिठी शब्दावली विच है, उन्हों आप जी दे सामने रखण दा एक यतन कर रहा वां। उन्हां दी भाषा दे कुछ शब्द, क्योंकि पुरातन पंजाबी दे शब्द हैं, हो सकदा है थोड़े जे औखे लगण, पर गल तकरीबन सानू सारी समझ विच आ जाती है। ते मैं कोशिश कर रहा वां उन्हां दे शब्दां विच ही इस पाठ नूं आप जी दे सामने रखां। ये 4 वक्खो वखरियां घटनावां दा इहदे विच जिक्र कीता गया। आओ भाई वीर सिंह जी दी भाषा दे विच ये बहुत ही महत्वपूर्ण उन्हां दा पाठ है, असीं इस नूं माणीए। ब्यासा नदी दा पश्चिमी किनारा, एक निक्की जी टिब्बी ते अमृत वेला, रब्बी जोत ध्यान मगन बैठी है। ये रब्बी जोत इत्थे गुरु नानक देव जी है। एक प्रेमी सूरत कीर्तन कर रही है। ये प्रेमी सूरत कौन है जी? भाई मर्दाना जी। ते सफर कित्थों तो कित्थों तक दा है? सुल्तानपुर लोधी तो टुरे हैं ते पहुंचे हैं एमनाबाद, जिहदा पुराना ना है सैदपुर संडियाली। एक तरखान दे घर जा, धन निरंकार दी अलख जगाई। ये तरखाना काम करदा सी, सिद्धी पदरी जी सूरत सी, बाहरों खोरा दिसदा सी। आवाज सुन के बाहर आया, तकिया, नैण नीवे पा लए, फिर तकिया ते फिर चरणां ते टै पिया। लालो दे नैण भरे आए, सीस चुक गया।
ਸਾਥੀ ਹੈਰਾਨ ਪਿਆ ਹੋਵੇ। ਕੌਣ? ਭਾਈ ਮਰਦਾਨਾ। ਜੀ ਵਿੱਚ ਆਖੇ, ਕਿੰਨੇ ਮੋਦੀ ਖਾਨੇ ਦੇ ਨੌਕਰ ਅੱਗੇ ਹੱਥ ਜੋੜ ਖੜੋਂਦੇ ਸਨ। ਨਵਾਬ ਮਿਹਰਾਂ ਕਰਦਾ ਸੀ, ਘਰ ਦਾ ਸੁੱਖ ਸੀ, ਦੇਵੀ ਭੈਣ ਸੀ, ਪਤੀ ਬ੍ਰਤਾ ਇਸਤਰੀ ਸੇਵਾ ਕਰਦੀ ਸੀ, ਸੋ ਸਭ ਛੱਡਿਆ। ਰਸਤੇ ਵਿੱਚ ਜਿੱਥੇ ਠਹਿਰੇ ਹੱਥੀਂ ਛਾਵਾਂ ਹੋਈਆਂ, ਅੱਜ ਕਿੱਥੇ ਆ ਗਏ ਨੇ ਕਿੱਲੇ ਘੜਨ ਵਾਲੇ ਦੇ ਘਰ। ਨਾ ਮੰਜੀ, ਨਾ ਪੀੜੀ, ਨਾ ਦਰੀ। ਹੇ ਦਾਤਾ ਜੀ, ਇਹ ਕੌਣ ਪੁਰਖ ਹੈ ਜਿਸ ਤੇ ਘਰ ਆਪ ਚੱਲ ਕੇ ਆਇਓ? ਆਪ ਹੱਸ ਕੇ ਬੋਲੇ, ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਿਆ, ਧਰਮ ਕਿਰਤ ਦੇ ਘਰ ਆਏ ਹਾਂ। ਲਾਲੋ ਨੇ ਆ ਕੇ ਕਿਹਾ, ਚੌਂਕੇ ਵਿੱਚ ਚੱਲੋ ਤੇ ਭੋਜਨ ਪਾਓ। ਸ਼੍ਰੀ ਗੁਰੂ ਜੀ ਨੇ ਆਖਿਆ, ਸਾਰੀ ਧਰਤੀ ਚੌਂਕਾ ਹੈ ਤੇ ਸੱਚ ਵਿੱਚ ਰਤਿਆਂ ਸਾਰੀ ਸੁੱਚ ਹੋ ਜਾਂਦੀ ਹੈ, ਤੂੰ ਭੋਜਨ ਇੱਥੇ ਹੀ ਲੈ ਆ। ਦੇਖੋ ਇਸ ਪੰਕਤੀ ਦੇ ਵਿੱਚ ਕਿੰਨਾ ਵੱਡਾ ਉਪਦੇਸ਼ ਦੇ ਰਹੇ ਹਾਂ। ਸਾਰੀ ਧਰਤੀ ਚੌਂਕਾ ਹੈ ਤੇ ਸੱਚ ਵਿੱਚ ਰਤਿਆਂ ਸਾਰੀ ਸੁੱਚ ਹੋ ਜਾਂਦੀ ਹੈ, ਤੂੰ ਭੋਜਨ ਇੱਥੇ ਹੀ ਲੈ ਆ। ਜਾਂ ਲਾਲੋ ਕੋਦਰੇ ਦੀ ਰੋਟੀ ਤੇ ਸਾਗ ਲੈ ਆਇਆ ਤਾਂ ਮਰਦਾਨਾ ਜੀ ਵਿੱਚ ਆਖੇ, ਕਿੱਥੇ ਆ ਗਏ ਇਹ ਸੁੱਕੀ ਰੋਟੀ ਤੇ ਮੇਰਾ ਸੰਗ। ਪਰ ਚੰਗਾ, ਜੋ ਗੁਰੂ ਨੂੰ ਭਾਵੇ ਸੋ ਪ੍ਰਵਾਨ। ਖਾ ਮਨਾ, ਖਾ ਤੇ ਖੁਸ਼ ਹੋ ਕੇ ਖਾ। ਇਹ ਵਿਚਾਰ ਕੇ ਜਦੋਂ ਰੋਟੀ ਖਾਧੀ ਤਾਂ ਮਰਦਾਨੇ ਨੂੰ ਅੰਮ੍ਰਿਤ ਦਾ ਸਵਾਦ ਆਇਆ। ਇੱਕ ਇੱਕ ਪੰਕਤੀ ਦੇਖੋ ਕਿੰਨਾ ਆਨੰਦ ਦੇ ਰਹੀ ਹੈ ਤੇ ਕਿਸ ਤਰ੍ਹਾਂ ਇੱਕ ਸਿੱਖਿਆ ਵੀ ਦੇ ਰਹੀ ਹੈ ਕਿ ਕਿਸ ਤਰ੍ਹਾਂ ਭਾਈ ਮਰਦਾਨਾ ਪਹਿਲਾਂ ਕੀ ਸੋਚਦਾ, ਪਰ ਫਿਰ ਆਪਣੇ ਆਪ ਨੂੰ ਆਪ ਹੀ ਸੰਬੋਧਿਤ ਹੋ ਕੇ ਕਹਿ ਰਿਹਾ, ਖਾ ਮਨਾ, ਖਾ ਤੇ ਖੁਸ਼ ਹੋ ਕੇ ਖਾ। ਇਹ ਵਿਚਾਰ ਕੇ ਜਦੋਂ ਰੋਟੀ ਖਾਧੀ ਤਾਂ ਮਰਦਾਨੇ ਨੂੰ ਅੰਮ੍ਰਿਤ ਦਾ ਸਵਾਦ ਆਇਆ। ਜਦ ਗੁਰੂ ਜੀ ਉੱਥੋਂ ਟੁਰਨ ਲੱਗੇ ਤਾਂ ਲਾਲੋ ਨੇ ਨੈਣ ਭਰ ਕੇ ਬੇਨਤੀ ਕੀਤੀ, ਮਿਹਰ ਕਰੋ, ਕੁਝ ਦਿਨ ਹੋਰ ਠਹਿਰੋ ਪਾਤਸ਼ਾਹ। ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੁਲ ਦਾ ਇੱਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਔਰ ਉਸ ਦੇ ਹੱਥ ਦੀ ਰੋਟੀ ਖਾਂਦਾ ਤੇ ਇੱਕ ਮਰਾਸੀ ਵੀ ਨਾਲ ਹੀ ਰਹਿੰਦਾ। ਲੋਕੀ ਉਸ ਨੂੰ ਕੁਰਾਹੀਏ ਦਾ ਡੂਮ ਜਾਂ ਮਰਾਸੀ ਆਖਿਆ ਕਰਨ। ਇਹ ਖੁਣਸ ਹੋਰ ਵੀ ਵਧੀ। 2-4 ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਨਿਰੁੱਤਰ ਹੋ ਕੇ ਮੁੜੇ। ਪਰ ਕਈ ਹਿੰਦੂ ਤੇ ਮੁਸਲਮਾਨ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਵੀ ਹੋ ਗਏ। ਹਿੰਦੂ ਆਪ ਨੂੰ ਨਾਨਕ ਤਪਾ ਤੇ ਮੁਸਲਮਾਨ ਨਾਨਕ ਸ਼ਾਹ ਆਖਦੇ ਸਨ। ਉਧਰ ਬ੍ਰਾਹਮਣਾਂ ਤੇ ਮੁਲਾਣਿਆਂ ਨੂੰ ਫਿਕਰ ਹੋਣ ਲੱਗੀ ਕਿ ਸਾਡੇ ਵੱਲੋਂ ਲੋਕ ਕਿਤੇ ਉਪਰਾਮ ਹੀ ਨਾ ਹੋ ਜਾਣ। ਸੋ ਉਹਨਾਂ ਨਵਾਬ ਦੇ ਕਾਰਦਾਰ ਮਲਕ ਭਾਗੋ ਨੂੰ ਚੁਗਲੀਆਂ ਨਾਲ ਚੁੱਕਣਾ ਸ਼ੁਰੂ ਕੀਤਾ। ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ, ਬ੍ਰਾਹਮਣਾ ਸਾਧੂਆਂ ਨੂੰ ਸੱਦਿਆ, ਗੁਰੂ ਜੀ ਨੂੰ ਵੀ ਨਿਉਤਾ ਘੱਲਿਆ, ਪਰ ਆਪ ਨਾ ਗਏ। ਵੇਖਿਆ ਨਾਨਕ ਤਪਾ ਕਿੱਡਾ ਹੰਕਾਰੀ ਹੈ। ਸ਼ੂਦਰ ਦੇ ਘਰ ਨਾ ਸਿਰਫ ਰਹਿੰਦਾ ਹੈ, ਸਗੋਂ ਉਸ ਦੇ ਹੱਥ ਦਾ ਬਣਾਇਆ ਭੋਜਨ ਵੀ ਛਕਦਾ ਹੈ। ਧਰਮ ਦੀ ਰੋਹ ਰੀਤ ਤੋੜ ਰਿਹਾ ਹੈ ਤੇ ਖੱਤਰੀ ਬ੍ਰਾਹਮਣ ਦੇ ਨਿਉਤੇ ਨੂੰ ਨਹੀਂ ਮੰਨਦਾ। ਭਰੇ ਪੀਤੇ ਮਲਕ ਭਾਗੋ ਨੇ ਇੱਕ ਬ੍ਰਾਹਮਣ ਨੂੰ ਸੰਦੇਸ਼ਾ ਦੇ ਕੇ ਭੇਜਿਆ। ਗੁਰੂ ਜੀ ਨੇ ਸੰਦੇਸ਼ਾ ਸੁਣ ਕੇ ਕਿਹਾ, ਅਸੀਂ ਫਕੀਰ ਲੋਕ ਹਾਂ, ਸਾਡਾ ਪਾਤਸ਼ਾਹ ਨਾਲ ਕੀ ਕੰਮ। ਇਹ ਹੁਣ ਇਦਾਂ ਦੀ ਗੱਲ ਹੈ ਜਿਵੇਂ ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਹਮ ਫਕੀਰੀ ਮਿਜਾਜ਼ ਰੱਖਤੇ हैं, अपनी ठोकर पे ताज रखते हैं। ਹੁਣ ਬਾਬੇ ਨਾਨਕ ਜੀ ਨੇ ਕੀ ਕਿਹਾ? ਕਹਿਣ ਲੱਗੇ, ਅਸੀਂ ਫਕੀਰ ਲੋਕ ਹਾਂ, ਸਾਡਾ ਪਾਤਸ਼ਾਹ ਨਾਲ ਕੀ ਕੰਮ ਹੈ। ਪਿਆਰ ਵਾਲੇ ਸੱਜਣਾ ਦਾ ਇਕੱਠ ਹੋਇਆ ਕਿ ਇਹ ਗੱਲ ਤਾਂ ਭਲੀ ਨਾ ਹੋਈ ਜੋ ਸਤਿਗੁਰੂ ਨਾਲ ਹਾਕਮਾਂ ਦੀ ਛਿੜ ਪਈ। ਇਹ ਲੋਕ ਅੰਨੇ ਹੁੰਦੇ ਨੇ, ਰੱਬੀ ਰੰਗ ਦੀ ਸੋਜੀ ਤੋਂ ਕੋਰੇ, ਰਾਜ ਮਦ ਵਿੱਚ ਮਸਤ, ਇਹ ਅਕਾਰਨ ਜ਼ੁਲਮ ਕਰ ਦਿੰਦੇ ਨੇ। ਗੁਰੂ ਜੀ ਘਰ ਆਏ ਤਾਂ ਕਹਿਣ ਲੱਗੇ, ਕੋਈ ਫਿਕਰ ਨਾ ਕਰੋ, ਨਾਮ ਜਪੋ, ਨਿਰਭਉ ਦੇ ਰੰਗ ਵਿੱਚ ਰਤੇ ਰਹੋ। ਅਗਲੇ ਦਿਨ ਗੁਰੂ ਜੀ ਨੂੰ ਕਚਹਿਰੀ ਵਿੱਚ ਲੈ ਜਾਣ ਲਈ 5 ਸਰਕਾਰੀ ਮੁਲਾਜ਼ਮ ਆ ਹਾਜ਼ਰ ਹੋਏ।
ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਚੰਗਾ ਭਾਈ, ਚਲੋ ਅਸੀਂ ਚੱਲਦੇ ਆਂ। ਜੇ ਸਾਈਂ ਨੇ ਇਉਂ ਹੀ ਆਪਣਾ ਕੰਮ ਸਾਰਨਾ ਹੈ ਤਾਂ ਇਉਂ ਹੀ ਸਹੀ। ਕੁਝ ਪਿਆਰ ਵਾਲੇ ਸੱਜਣਾਂ ਨੂੰ ਪਤਾ ਲੱਗਾ ਤਾਂ ਉਹ ਵੀ ਕਚਹਿਰੀ ਵਿੱਚ ਪਹੁੰਚ ਗਏ। ਕੁਝ ਤਮਾਸ਼ਬੀਨ ਵੀ ਜਾ ਪੜੇ। ਅੱਗੇ ਸਭਾ ਲੱਗੀ ਹੋਈ ਸੀ। ਮਲਕ ਨੇ ਗੁਰੂ ਜੀ ਨੂੰ ਤੱਕ ਕੇ ਦਿਲ ਵਿੱਚ ਇੱਕ ਪਤਲਾ ਜਿਹਾ ਕਾਂਬਾ ਖਾਧਾ। ਕੁਝ ਕਹਿਣ ਲੱਗਾ ਤਾਂ ਜੀਭ ਰੁਕ ਗਈ। ਤਦ ਗੁਰੂ ਜੀ ਬੋਲੇ, ਹੇ ਮਲਕ, ਕਿਸ ਕਾਜ ਸਦਵਾਇਆ ਹੈ? ਫਕੀਰਾਂ ਨਾਲ ਕੀ ਕੰਮ ਹੈ? ਮਲਕ ਨੇ ਥਿਥਲ ਕੇ ਕਿਹਾ, ਆਪ ਨੂੰ ਸਾਧੂ ਜਾਣ ਕੇ ਬ੍ਰਹਮ ਭੋਜ ਤੇ ਬੁਲਾਇਆ ਸੀ। ਬ੍ਰਹਮ ਭੋਜ ਵਿੱਚ ਕੀ ਦੋਸ਼ ਸੀ ਕਿ ਨਹੀਂ ਆਏ ਹੋ? ਗੁਰੂ ਜੀ, ਅਸੀਂ ਫਕੀਰ ਹਾਂ, ਸਾਈਂ ਜਿੱਥੇ ਜਿਹੀ ਦਿੰਦਾ ਖਾ ਲੈਨੇ ਆ। ਮਲਕ, ਫਿਰ ਮੇਰੇ ਘਰ ਖਾਣ ਦਾ ਕੀ ਦੋਸ਼ ਸੀ? ਗੁਰੂ ਜੀ, ਤੇਰੇ ਘਰ ਅਨੇਕਾਂ ਖਾ ਗਏ, ਇੱਕ ਨਾ ਖਾ ਗਿਆ ਤਾਂ ਕੀ? ਮਲਕ, ਜਦ ਸਭ ਬ੍ਰਾਹਮਣ ਖੱਤਰੀ ਸਾਧੂ ਮਹਾਤਮਾ ਖਾਣ ਤੇ ਇੱਕ ਸਾਧੂ ਮਨਾ ਕਰੇ, ਇਹ ਹੱਦ ਤੱਕ ਕਰਨੀ ਹੈ। ਗੁਰੂ ਜੀ, ਓਏ ਫਕੀਰ ਕਿਸੇ ਦੇ ਅਪਮਾਨ ਵਿੱਚ ਨਹੀਂ ਹੁੰਦਾ। ਦਾਨੀ ਦਾਨ ਕਰਦਾ ਕਰੇ, ਲੈਣ ਵਾਲਾ ਲਵੇ, ਨਾ ਲੈਣ ਵਾਲਾ ਦੰਡ ਯੋਗ ਕਿਉਂ? ਮਲਕ ਚੁੱਪ ਹੋ ਗਿਆ। ਫਿਰ ਅਚਾਨਕ ਹੱਸਿਆ ਤੇ ਕਹਿਣ ਲੱਗਿਆ, ਉੱਚੀ ਕੁਲ ਦਾ ਬੇਦੀ ਖੱਤਰੀ ਹੋ ਕੇ ਸ਼ੂਦਰਾਂ ਦੇ ਘਰ ਖਾਵੇਂ, ਡੂਮਾ ਮਿਰਾਸੀਆਂ ਨੂੰ ਪਾਸ ਬਹਾਵੇਂ, ਉੱਚੀ ਜਾਤ ਤੇ ਨੀਵੀਂ ਜਾਤ ਅਤੇ ਨਰਦਨਾ ਦੀ ਇੱਕ ਪੰਗਤ ਲਵਾ ਕੇ ਖਵਾਵੇਂ, ਧਰਮ ਦੀ ਰੋਹਰੀਤ ਤੋੜੇ ਤੇ ਉੱਚੀ ਜਾਤ ਦੇ ਖੱਤਰੀਆਂ ਦੇ ਨਿਉਤੇ ਤੇ ਵੀ ਨਾ ਆਵੇਂ, ਇਹ ਕੀ ਫਕੀਰੀ ਹੈ? ਤਦ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਇੱਕ ਪੂੜਾ ਆਪਣੇ ਬ੍ਰਹਮ ਭੋਜ ਦਾ ਮੰਗਵਾਓ। ਇਧਰ ਲਾਲੋ ਨੂੰ ਕਿਹਾ, ਤੂੰ ਵੀ ਆਪਣਾ ਸੁੱਕਾ ਟੁੱਕਰ ਕੋਦਰੇ ਦਾ ਲੈ ਆ। ਗੁਰੂ ਜੀ ਨੇ ਜਾਂ ਦੋਹਾਂ ਨੂੰ ਹੱਥਾਂ 'ਚ ਲੈ ਕੇ ਕੁੱਟਿਆ। ਫਿਰ ਪੂੜੇ 'ਚੋਂ ਲਹੂ ਦੇ ਟੋਪੇ ਡਿੱਗੇ ਤੇ ਕੋਦਰੇ ਦੇ ਟੁੱਕਰ 'ਚੋਂ ਦੁੱਧ ਦੀਆਂ ਬੂੰਦਾਂ। ਮਲਕ ਭਾਗੋ ਦਾ ਚਿਹਰਾ ਫਿੱਕਾ ਪੈ ਗਿਆ। ਗੁਰੂ ਜੀ, ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦ ਬੀਜ ਦਿਓ, ਬੂਟਾ ਉੱਗ ਪਵੇ ਤਾਂ ਕੰਡੇ ਸੂਲਾਂ ਆਪੇ ਨਿਕਲ ਪੈਂਦੇ ਹਨ। ਅਧਰਮ ਦਾ ਇਕੱਠਾ ਕੀਤਾ ਪੈਸਾ ਤੇ ਉਸ ਤੋਂ ਬਣੇ ਪਦਾਰਥ ਕਿਵੇਂ ਵੀ ਦੁਖਦਾਈ ਨਹੀਂ ਭਾਸਦੇ, ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਅਧਰਮ ਦੇ ਕੰਡੇ ਚੁਭਦੇ ਹਨ। ਇਹ ਮਨ ਜੇ ਸ਼ੁਕਰ ਵਿੱਚ ਹੈ ਤਾਂ ਜਾਗਿਆ ਮਨ ਹੈ, ਦਿਲ ਵਿੱਚ ਸਾਈਂ ਤੇ ਹੱਥ ਵਿੱਚ ਕਿਰਤ, ਐਸੀ ਕਮਾਈ ਦੀ ਰੋਟੀ ਹੀ ਬ੍ਰਹਮ ਭੋਜ ਹੈ। ਇਉਂ ਕਹਿੰਦੇ ਸਤਿਗੁਰ ਜੀ ਬਾਹਰ ਆ ਗਏ। ਮਲਕ ਦਾ ਹੀਆ ਨਾ ਪਿਆ ਕਿ ਕੁਝ ਕਹਿ ਸਕੇ। ਇਹ ਪਹਿਲੀ ਘਟਨਾ ਜੋ ਇੱਕ ਮਲਕ ਭਾਗੋ ਦੇ ਦਿਲ ਵਿੱਚ ਤਰਥੱਲੀ ਪੈਦਾ ਕਰਦੀ ਹੈ, ਉਸ ਨੂੰ ਹਿਲਾ ਕੇ ਰੱਖ ਦਿੰਦੀ ਹੈ। ਆਮ ਆਵਾਮ ਤੇ ਬਾਬੇ ਨਾਨਕ ਦਾ ਜੋ ਇੱਕ ਕਰਾਮਾਤੀ ਪ੍ਰਭਾਵ ਪੈਂਦਾ, ਉਸ ਸ਼ਬਦਾਂ ਤੋਂ ਪਰੇ ਦੀ ਗੱਲ ਆ। ਹੁਣ ਅਸੀਂ ਦੂਜੀ ਘਟਨਾ ਵੱਲ ਵਧਦੇ ਹਾਂ। ਸੈਦਪੁਰ ਦੇ ਨਵਾਬ ਦਾ ਪੁੱਤਰ ਬਿਮਾਰ ਹੋ ਗਿਆ। ਵੈਦ ਹਕੀਮ ਆਸ ਲਾ ਬੈਠੇ ਸੀ। ਮਲਕ ਨੇ ਨਵਾਬ ਨੂੰ ਸਲਾਹ ਦਿੱਤੀ ਕਿ ਕੋਈ ਕਾਮਲ ਫਕੀਰ ਜੇ ਮਿਲੇ ਤਾਂ ਉਸ ਦੀ ਸ਼ਕਤੀ ਨਾਲ ਆਰਾਮ ਆ ਸਕਦਾ ਹੈ। ਹੁਣ ਨਵਾਬ ਨੇ ਕਿਹਾ, ਕਾਮਲ ਫਕੀਰ ਕਿੱਥੋਂ ਲੱਭਾਂ? ਮਲਕ ਭਾਗੋ ਨੇ ਕਿਹਾ, 5-10 ਫਕੀਰਾਂ ਦੇ ਨਾਮ ਤਾਂ ਮੈਂ ਦੱਸਦਾ, ਸਭਨਾਂ ਨੂੰ ਪਕੜ ਮੰਗਾਓ ਤੇ ਬੰਦੀ ਵਿੱਚ ਰੱਖੋ। ਜਿੰਨੇ ਚਿਰ ਰਾਜੀ ਨਾ ਕਰ ਦੇਣ, ਛੱਡੋ ਨਾ। ਜੇ ਕੋਈ ਕਾਮਲ ਹੋਇਆ ਤਾਂ ਆਪੇ ਨਿਤਰ ਪਵੇਗਾ, ਨਹੀਂ ਤਾਂ ਰਈਅਤ ਉਹਨਾਂ ਤੋਂ ਛੁਟਕਾਰਾ ਪਾਏਗੀ। ਭਾਗੋ ਨੇ ਜੋ ਫਹਿਰਿਸ਼ਤ ਨਵਾਬ ਨੂੰ ਦਿੱਤੀ, ਉਸ ਵਿੱਚ ਗੁਰੂ ਨਾਨਕ ਤੇ ਮਰਦਾਨੇ ਦਾ ਨਾਮ ਵੀ ਲਿਖ ਦਿੱਤਾ। ਲਾਲੋ ਸੁਣ ਕੇ ਨੱਠਾ ਤੇ ਜਗਤ ਦੇ ਚਾਨਣ ਨੂੰ ਬੰਦੀ ਵਿੱਚ ਬੈਠਾ ਵੇਖ ਰੋ ਪਿਆ। ਗੁਰੂ ਜੀ ਨੇ ਲਾਲੋ ਨੂੰ ਸੈਨਤ ਕੀਤੀ ਕਿ ਇਹ ਸਭ ਵਾਹਿਗੁਰੂ ਜੀ ਦਾ ਚੋਜ ਹੈ। ਇੰਨੇ ਨੂੰ ਨਵਾਬ ਆ ਗਿਆ ਤੇ ਕਹਿਣ ਲੱਗਾ, ਸਾਈਂ ਦੇ ਫਕੀਰੋ, ਮੇਰਾ ਪੁੱਤ ਬਿਮਾਰ ਹੈ, ਉਸ ਲਈ ਦੁਆਏ ਖੈਰ ਕਰੋ, ਜੋ ਅੱਲਾ ਮਿਹਰ ਕਰੇ ਤਾਂ ਵੱਲ ਹੋ ਜਾਵੇ। ਗੁਰੂ ਜੀ, ਕਦੇ ਕਿੱਕਰ ਨੂੰ ਅੰਗੂਰ ਲੱਗੇ ਹਨ?
नवाब प्रश्न सुन के अचंभित होया। फकीर साईं कदे नहीं। गुरु जी फिर जोर नू खैर दा फल कीकू लगे। नवाब मैं समझिया नहीं। गुरु जी तू जी को जोर नाल मामला लेंदा है, कर वसूलना, मामला लेना मतलब कर वसूलना। तो जी को जोर नाल मामला लेंदा है, जी को वगार पाउंदा है। किसे तू कम लेना ते बदले विच मिन्नताना ना देना वगार हुंदा। जी को जोर नाल मामला लेंदा है, जी को वगार पाउंदा है, उसे तरह तू रब दे घरों जोर नाल खैर मंग रहे हैं। सोच उन्हां दिलां विच जिथे जोर बीजिया गया, दुआए खैर कीकों उगे। नवाब बुल टुके, गल तां वाजब है। गुरु जी दे वाक अंदर पुड़ गए। पुत्र दा मोह व्याकुल कर रहा सी। नरम होके तरले लैन लगा, दाता लोक जी तकसीर माफ करो, दुआ करो जो बेटा वल होवे। ममता मिटदी नहीं, ए जी तड़फदा है, कोई रेख विच मेख मारो। गुरु जी देख ममता वाले, देख साईं दे रंग। अज शहजादा सुख नाल नींदरे सोंदा सोण दे सो। कल पता नहीं कायां दे कपड़े कीकू लीरो लीर होने हन, ते कमरां ते शहजादियां ने किवें मोछियां वांग मुछीना है। ए पाना अज दा जे वरते तां सुख है, जो आ रहा ओ करना। बाबर दे हमले वाल संकेत कीता जा रहा इत्थे, लेकिन नवाब उन्हां दी इस बोली दे अर्थ नहीं समझ पा रहा। हाकम समझिया ना, हां मतलब समझिया ना, पर सहम गया। बच्चे दी जान बख्शी लई तरले पांदा रहा। ते गुरु जी हुण कह रहे हैं, ए सरदारी किस काम है, ए अमीरी किस अर्थ है, ए दौलत किस कारे लगनी है। इਉਂ क्यों मनुखां दियां हड्डियां दे ढेर इकट्ठे करके उत्ते बह के समझदे हो कि मालदार हो गए हैं। कौन ऐश्वर्ज वेले होश करदा है। धर्म संभालो, न्याय करो, रहम करो। नवाब सोच विचों निकल के, मैं समझिया पातशाह। फिर भागों वल तक के सारे फकीर छड़ दिओ। गुरु जी वल तक के, आप भी दाता जी जाओ, मैं आप दे दर ते आप हाजिर होके बच्चे दी जान बख्शी मंगांगा। मैथों भुल हुई है, मैनू माफ करियो। फिर गुरु जी दे कोल जदों जांदा तां गुरु जी, जा लालो कोई झूठा टुक्कर लिया, दे जो मुंडा वल हो जावे। लालो गया, टुक्कर ले आया, बीमार नू दिता, उस खादा ते वो तत्काल वल हो गया, ठीक हो गया। पठान हाकम अचंबा, दरबार अचंबा, भागो अचंबा, सारे छुट्टे खड़े फकीर अचंबा। हुण इहो जी अलोकारी घटना जिसते कई वेरा प्रश्न चिन्ह खड़े हो जाते हैं। लेकिन एक पासे असी जपजी साहब विच बाबे नानक दी बाणी विच डंडा प्रतीत दी गल करते हैं। प्रतीत दा मतलब विश्वास। ये अध्यात्मक उच्चता दी गल आ, ये यकीन दी गल आ, ये सिदकवाना वाली गल आ। ये बेसदकियां वास्ते ये चीज नहीं है। गुरु जी जो दसना चाह रहे हैं अगे, सतगुर जी गल इत्थे खत्म नहीं हुंदी। एक वाक बोलते जिथे जाके दूसरी घटना भाई वीर सिंह जी समाप्त करते हैं। सतगुर जी की कहते हैं, खबरदार हो खान, खबरदार हो। खलकत रब दी है, ओ खालक सब वेख रहे है। जोर जुल्म रब्बी हुक्म दे उल्ट है, जोर जुल्म रब्बी हुक्म दे उल्ट है। हुण असीं तीसरी घटना जिहदे विच मलक भागो दे विच जो तब्दीली आउंदी है उस दा जिक्र सानू मिलदा। अगले दिन मलक भागो, क्योंकि वो दो करामातां देख चुका, नवाब दे पुत्र दे राजी होने वाले भी
ਤੇ ਦੁੱਧ ਵਿੱਚੋਂ ਤੇ ਰੋਟੀ, ਕੋਦਰੇ ਦੀ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਟਿਕਣ ਵਾਲੀ ਵੀ। ਪੂਰੀ ਤਰ੍ਹਾਂ ਹੁਣ ਕੀਲਿਆ ਜਾ ਚੁੱਕਿਆ। ਅਗਲੇ ਦਿਨ ਮਲਕ ਭਾਗੋ ਆਚਰਣੀ ਪਿਆ, ਆਖਣ ਲੱਗਾ, ਹੇ ਰੱਬੀ ਦਾਤਾ, ਮੈਂ ਬੜੀ ਅਵੱਗਿਆ ਕੀਤੀ ਆ, ਮਿਹਰ ਕਰਕੇ ਬਖਸ਼, ਮੈਨੂੰ ਲੋਕਾਂ ਪੁਤਲਾਇਆ ਸੀ। ਗੁਰੂ ਜੀ, ਕਾਰਦਾਰ ਹੋਣਾ ਤੇ ਪੁਤਲਾਵੇ ਵਿੱਚ ਆਉਣਾ, ਇਹ ਕਿਵੇਂ ਬਾਈ? ਛੱਡ ਦੇ ਕਾਰਦਾਰੀ, ਕਿਰਤ ਕਰ 10 ਨੌਆਂ ਦੀ। ਜੇ ਤੇਰੀਆਂ ਆਪਣੀਆਂ ਅੱਖਾਂ ਹੱਕ ਨਾ ਹੱਕ ਪਛਾਣਦੀਆਂ ਨਹੀਂ ਤਾਂ ਹਾਕਮ ਸਿਰੇ ਦਾ ਹਾਕਮ ਨਹੀਂ, ਹਾਕਮਾਂ ਦੇ ਸਿਰ ਹੋਰ ਹਾਕਮ ਹੈ। ਡਰ ਉਸ ਦੇ ਨਿਆਂ ਤੋਂ, ਉਹ ਤੋਲਦਾ ਹੈ, ਚਾਹੇ ਤੋਲਦਾ ਜਾਪਦਾ ਨਹੀਂ, ਆ ਰਿਹਾ ਉਸ ਦਾ ਅਦਲ। ਫਿਰ ਬਾਬਰ ਤੇ ਹਮਲੇ ਵੱਲ ਇਸ਼ਾਰਾ ਕਰ ਰਹੇ ਹੈ, ਉਸ ਦਾ ਇਨਸਾਫ। ਤਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਬਾਬਰ ਬਾਣੀ ਤੇ ਉਹਨਾਂ ਦੇ ਕਲਾਮ ਦੇ ਸ਼ਬਦ ਹੈ ਕਿ ਉਹ ਧਨ ਤੇ ਜਵਾਨੀ ਜਿਹਦੇ ਵਿੱਚ ਮਦਮਸਤ ਹੋ ਕੇ ਲੋਕਾਂ ਤੇ ਜ਼ੁਲਮ ਕਰ ਰਹੇ ਸਨ ਤੇ ਰੱਬੀ ਹੁਕਮ ਨੂੰ, ਰੱਬ ਦੇ ਖੌਫ ਨੂੰ ਭੁਲਾ ਬੈਠੇ ਸਨ, ਕਿਸ ਤਰ੍ਹਾਂ ਹੁਣ ਉਹ ਇਨਸਾਫ ਹੋਏਗਾ, ਕਿਸ ਤਰ੍ਹਾਂ ਉਹਨਾਂ ਦੇ ਨਾਲ ਜੋ ਵਾਪਰਦਾ, ਉਹਦੇ ਬਾਰੇ ਇੱਕ ਇਸ਼ਾਰਾ ਸੰਕੇਤ ਕਰ ਰਹੇ ਹੈ। ਮਲਕ ਕੀ ਕਹਿੰਦਾ ਜੀ, ਮੈਥੋਂ ਅਵੱਗਿਆ ਹੋਈ, ਮਾਫ ਕਰੋ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ, ਮੇਰੀ ਅਵੱਗਿਆ, ਨਾਨਕ ਦੀ ਅਵੱਗਿਆ? ਨਹੀਂ ਨਹੀਂ, ਨਾਨਕ ਦੀ ਅਵੱਗਿਆ ਕੋਈ ਨਹੀਂ। ਡਰ ਉਸ ਅਵੱਗਿਆ ਤੋਂ ਜੋ ਤੂੰ ਆਪਣੀ ਤੇ ਆਪਣੀ ਪਰਜਾ ਦੀ ਕੀਤੀ ਹੈ। ਦੇਖ, ਮਿਹਨਤ ਦੀ ਰੋਟੀ ਵਿੱਚ ਸੁੱਖ ਹੈ। ਲੋਕਾਂ ਦੀ ਕਮਾਈ ਨੂੰ ਜ਼ੋਰ ਨਾਲ ਖੋਸਣਾ, ਫਰੇਬ ਨਾਲ ਖੋਸਣਾ, ਪਾਪ ਦੀ ਕਮਾਈ ਇਕੱਠੀ ਕਰਨੀ ਤੇ ਉੱਤੇ ਸੱਪ ਵਾਂਗ ਪੱਥਲ ਮਾਰ ਬੈਠਣਾ ਮਹਾਰੋਗ ਹੈ। ਤੂੰ ਆਪਾ ਖੁੰਝਾ ਬੈਠਾ, ਤਰਸ ਕਰ ਇਸ ਆਪੇ ਤੇ, ਇਸ ਮੋਏ ਨੂੰ ਜਿਵਾਲ, ਧਰਮ ਦੀ ਕਣੀ ਇਸ ਵਿੱਚ ਪਾ। ਪਰ ਪਾਤਸ਼ਾਹ, ਇਸ ਆਲਸੀ ਹੋ ਚੁੱਕੇ ਜਾਮੇ ਨਾਲ ਮੈਂ ਮਜ਼ਦੂਰੀ ਕੀ ਕਿਉਂ ਕਰਾਂ? ਸਤਿਗੁਰ ਜੀ ਕੀ ਫਰਮਾਉਂਦੇ? ਫਿਰ ਪਾਤਸ਼ਾਹ ਦਾ ਤਖਤ ਮਜ਼ਦੂਰੀ ਹੈ, ਗਰੀਬ ਦੀ ਟੋਕਰੀ ਮਜ਼ਦੂਰੀ ਹੈ, ਤੇਰੀ ਕਾਰਦਾਰੀ ਮਜ਼ਦੂਰੀ ਹੈ। ਪਰ ਜੇ ਤੂੰ ਹੱਕ ਨਾ ਹੱਕ ਪਛਾਣੇ ਤਾਂ ਨਿਆਂ ਤੋਲੇ, ਵੱਡੀ ਨਾ ਖਾਵੇਂ, ਜ਼ੋਰ ਜ਼ੁਲਮ ਨਾ ਕਰੇ ਤਾਂ ਸਭ ਕਮਾਮ ਕਿਰਤ ਹਨ। ਜੇ ਉਹਨਾਂ ਨੂੰ ਭਲੀ ਤਰ੍ਹਾਂ ਕਰੇ ਤਾਂ ਜੇ ਹੀ ਪਸ਼ੂ ਦੀ ਗਿੱਚੀ ਵੱਢ ਕੇ ਰੱਤ ਚੋ ਲਈ, ਤੇ ਹੀ ਕਿਸੇ ਦੀ ਕਿਰਤ ਵਿੱਚੋਂ ਜ਼ੋਰ ਛਲ ਨਾਲ ਲੈਣਾ ਰੱਤ ਨਹੀਂ ਚੋੜਨਾ ਹੁੰਦਾ। ਭਲਾ ਤੇਰਾ ਬ੍ਰਹਮ ਭੋਜ ਸਾਈਂ ਖਾ ਸਕਦਾ ਜਦ ਕਿ ਗਰਾਈ ਵਿੱਚ ਹਾਵੇ ਤੇ ਰੋਣ ਦੀ ਝੀਣੀ ਬਣ ਲੁਕੀ ਹੋਵੇ? ਤੇਰੇ ਬ੍ਰਹਮ ਭੋਜ, ਤੇਰੇ ਦਾਨ, ਤੇਰੇ ਸ਼ਰਾਧ ਆਪਣੀ ਜਗ ਉਜਾਗਰੀ ਵਾਸਤੇ ਹਨ। ਜੋ ਜ਼ੁਲਮ ਕਰਦਿਆਂ ਤੈਨੂੰ ਕੋੜਾ ਨਹੀਂ ਲੱਗਿਆ, ਉਹ ਭੋਗਦਿਆਂ ਦੱਸੇਗਾ ਕਿ ਵੇਖ ਮੈਂ ਕਿੰਨਾ ਕੋੜਾ ਹਾਂ। ਭਾਗੋ ਕੰਬ ਗਿਆ, ਪੈਰੀ ਟਹਿ ਪਿਆ, ਬਖਸ਼ ਦਾਤਾ ਬਖਸ਼। ਗੁਰੂ ਜੀ, ਬਖਸ਼ੇਗਾ ਬਖਸ਼ਿੰਦ, ਜਾਂ ਉਹ ਜਿਨ੍ਹਾਂ ਨੂੰ ਤੂੰ ਸਤਾਇਆ ਹੈ। ਤੂਫਾਨ ਆ ਰਿਹਾ ਪਠਾਨ ਰਾਜ ਦੇ, ਸਿਰ ਝੱਖੜ ਆ ਰਿਹਾ। ਤੂਫਾਨ ਆ ਰਿਹਾ, ਪਠਾਨ ਰਾਜ ਦੇ ਸਿਰ ਝੱਖੜ ਆ ਰਿਹਾ। ਪਛਾਣ। ਸਾਈਂ ਦੇ ਪਿਆਰੇ ਦੇ ਮਹਾਵਾਕ ਸੁਣਦਾ ਮਲਕ ਭਾਗੋ ਉਸੇ ਵੇਲੇ ਉੱਡ ਕੇ ਗਿਆ ਤੇ ਸਾਰਾ ਧਨ ਲੁਟਾ ਦਿੱਤਾ ਉਹਨਾਂ ਪਰਜਾਂ ਦੇ ਲੋਕਾਂ ਤੇ ਜਿਨ੍ਹਾਂ ਤੋਂ ਇਕੱਠੀ ਕੀਤੀ ਸੀ ਇਹ ਮਾਇਆ। ਕਈ ਕਹਿਣ ਬਾਵਲਾ ਹੋ ਗਿਆ ਭਾਗੋ, ਪਰ ਆਮ ਖਲਕਤ ਵਿੱਚ ਫੈਲ ਗਈ ਕੀਰਤੀ ਨਾਨਕ ਤਪੇ ਦੀ ਕਿ ਉਸਨੇ ਹੀ ਸਾਧਿਆ ਹੈ ਏਡਾ ਵੱਡਾ ਅਸਰਾਲ ਸੱਪ। ਇਹ ਤੀਜੀ ਘਟਨਾ ਜਿੱਥੇ ਮਲਕ ਭਾਗੋ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ। ਫਿਰ ਮਲਕ ਭਾਗੋ ਭਾਈ ਲਾਲੋ ਦਾ ਸਾਥੀ ਕਿੱਦਾਂ ਬਣਦਾ? ਇੱਕ ਚੌਥੀ ਘਟਨਾ। ਫਿਰ ਇੱਕ ਦਿਨ ਤਰਕਾਲਾਂ ਨੂੰ ਆਇਆ ਭਾਗੋ, ਆਇਆ ਲਾਲੋ ਦੇ ਘਰ। ਜਗਤ ਦਾ ਮਾਲਕ ਮੱਕੀ ਦੀ ਰੋਟੀ ਖਾ ਰਿਹਾ ਸੀ। ਟੁੱਕਰ ਦਿੱਤਾ ਭਾਗੋ ਨੂੰ ਵੀ ਖਾਣ ਲਈ, ਦੇਖ ਸਵਾਦ ਤੂੰ ਵੀ। ਭਾਗੋ ਨੂੰ ਅੱਜ ਪਹਿਲੀ ਵੇਰ ਅੰਨ ਦਾ ਅੰਮ੍ਰਿਤ ਜਿਹਾ ਸਵਾਦ ਆਇਆ। ਹੱਥ ਬੰਨ ਕੇ ਕਹਿਣ ਲੱਗਾ, ਬਖਸ਼ਨ ਦਾਤਾ, ਮਿਹਰ ਕਰਕੇ ਚਰਨੀ ਲਾਲ,
ਆਉਣ ਵਾਲੇ ਦੁੱਖਾਂ ਤੋਂ ਰੱਖ ਲੈ, ਲੋਕ ਪਰਲੋਕ ਸਹਾਈ ਹੋ। ਇਹ ਆਖ ਤੇ ਚਰਨਾਂ ਤੇ ਡਿੱਗ ਪਿਆ। ਭਾਗੋ ਹੁਣ ਨੀਮ ਬੇਸੁੱਧ ਸੀ। ਲਾਲੋ ਨੇ ਆ ਪਾਣੀ ਦਾ ਛੱਟਾ ਮਾਰਿਆ। ਸਮਰੱਥ ਸਤਿਗੁਰ ਨੇ ਸਿਰ ਤੇ ਹੱਥ ਧਰਿਆ ਤੇ ਆਖਿਆ, ਆਖ ਵਾਹਿਗੁਰੂ। ਭਾਗੋ ਨੇ ਆਖਿਆ ਵਾਹਿਗੁਰੂ ਤੇ ਉਸ ਦੇ ਅੰਦਰ ਟਿਕ ਗਿਆ, ਉਸ ਦੇ ਅੰਦਰ ਬਹਿ ਗਿਆ ਵਾਹਿਗੁਰੂ। ਇੰਜ ਭਾਗੋ ਤੇ ਲਾਲੋ ਇਸ ਨਗਰ ਦੇ ਸਤ ਸੰਗੀ ਮੁਖੀਏ ਸਿੱਖ ਗੁਰਮੁਖ ਹੋਏ। ਫਿਰ ਜਦੋਂ ਸਾਰੇ ਨਗਰ ਦੀ ਕਤਲੇਆਮ ਹੋਈ ਤਾਂ ਹਾਕਮਾਂ ਸਣੇ ਆਮ ਪ੍ਰਜਾ ਵੀ ਪੀੜਿਤ ਹੋਈ। ਭਾਗੋ ਲਾਲੋ ਦਾ ਸਤ ਸੰਗ ਕਰਦਾ ਰਿਹਾ ਤੇ ਇਸ ਕਸ਼ਟ ਤੋਂ ਪਹਿਲਾਂ ਸੁਖਾਲੇ ਸਾਹੀਂ ਇਸ ਜਗਤ ਤੋਂ ਵਿਦਾ ਹੋ ਗਿਆ। ਜਿੱਥੇ ਸੁਲਤਾਨਪੁਰੋਂ ਟੁਰਨ ਵੇਲੇ ਗੁਰੂ ਜੀ ਨੇ ਭਜਨ ਬੰਦਗੀ ਅਰਦਾਸ ਸਿਮਰਨ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਕਰਨ ਦਾ ਉਪਦੇਸ਼ ਦਿੱਤਾ ਸੀ, ਉੱਥੇ ਅਹਿਮਨਾਬਾਦ ਤੋਂ ਵਿਦਾ ਹੋਣ ਵੇਲੇ ਦੱਸਿਆ ਕਿ ਕਿੱਲੇ ਘੜਨ ਤੋਂ ਲੈ ਕੇ ਪਾਤਸ਼ਾਹੀ ਤੱਕ ਸਾਰੇ ਕੰਮ ਧਰਮ ਦੀ ਕਿਰਤ ਹਨ, ਜੇ ਨਾਮ ਦੇ ਚਾਨਣੇ ਵਿੱਚ ਕੀਤੇ ਜਾਣ। ਜਿੱਥੇ ਸੁਲਤਾਨਪੁਰ ਟੁਰਨ ਵੇਲੇ ਗੁਰੂ ਜੀ ਇਹ ਕਹਿ ਰਹੇ ਆ ਵੀ ਜੇ ਤੁਸੀਂ ਭਜਨ ਬੰਦਗੀ ਅਰਦਾਸ ਸਿਮਰਨ ਕਰ ਰਹੇ ਹੋ ਤਾਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਿਓ। ਤੇ ਅਹਿਮਨਾਬਾਦ ਜਦੋਂ ਟੁਰਨ ਲੱਗੇ ਆ ਤੇ ਉਹ ਦੱਸ ਰਹੇ ਆ ਕਿ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਕਿੱਲੇ ਘੜਨ ਤੋਂ ਲੈ ਕੇ ਪਾਤਸ਼ਾਹੀ ਤੱਕ ਦੇ ਸਾਰੇ ਕੰਮ ਹੀ ਧਰਮ ਦੀ ਕਿਰਤ ਹਨ, ਪਰ ਕਦੋਂ? ਜੇ ਨਾਮ ਦੇ ਚਾਨਣੇ ਵਿੱਚ ਕੀਤੇ ਜਾਣ। ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਇਹ ਪਾਠ ਮਲਕ ਭਾਗੋ ਤੇ ਭਾਈ ਲਾਲੋ ਇਸ ਪੱਖੋਂ ਹੋਰ ਵੀ ਮਹੱਤਵਪੂਰਨ ਹੈ ਜਦੋਂ ਇਸ ਪਾਠ ਨਾਲ ਜੁੜੇ ਹਵਾਲੇ, ਇਤਿਹਾਸਕ ਹਵਾਲੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੇ ਹੈ। ਗੁਰੂ ਨਾਨਕ ਦੇਵ ਜੀ ਦੇ ਵੱਖ-ਵੱਖ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿਤੇ ਉਹ ਭਾਈ ਲਾਲੋ ਜੀ ਨੂੰ ਮੁਖਾਤਬ ਹੋ ਕੇ ਬਾਬਰ ਦੇ ਹਮਲੇ ਦੀ ਦਾਸਤਾਂ ਬਿਆਨ ਕਰ ਰਹੇ ਹੈ, ਜਦੋਂ ਕਹਿੰਦੇ ਪਾਪ ਕੀ ਜੰਜ ਲੈ ਕਾਬਲ ਉਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਿਸੇ ਸ਼ਬਦ ਵਿੱਚ ਕਹਿ ਰਹੇ ਹੈ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਤੇ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਜਿਸ ਵਿੱਚ ਉਹ ਕਹਿੰਦੇ ਆ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਦੋ ਵੱਡੀਆਂ ਸੰਸਕ੍ਰਿਤੀਆਂ ਨੂੰ ਮੁਖਾਤਬ ਹੋ ਕੇ ਇਹ ਗੱਲ ਕਹਿ ਰਹੇ ਹੈ। ਕਿਤੇ ਗਊ ਦਾ ਹਵਾਲਾ ਦੇ ਰਹੇ ਹੈ, ਕਿਤੇ ਸੂਰ ਦੀ ਗੱਲ ਕਰ ਰਹੇ ਹੈ, ਮੁਰਦਾਰ ਦੀ ਗੱਲ ਕਰ ਰਹੇ ਹੈ। ਤੇ ਪਰਾਏ ਹੱਕ ਖਾਣ ਵਿੱਚ ਕੀ ਦੋਸ਼ ਹੈ? ਇਹਦਾ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਬਾਕਮਾਲ ਤਰੀਕੇ ਦੇ ਨਾਲ ਜਿਹੜਾ ਹੈ ਪ੍ਰਤੱਖ ਰੂਪ ਵਿੱਚ ਇਸ ਸਾਖੀ ਰਾਹੀਂ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਦੇਖੋ ਨਾ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਦੱਸਿਆ ਜਾਏ ਸਾਨੂੰ ਕਿ ਵੱਡਾ ਕੌਣ ਹੈ, ਹਿੰਦੂ ਹੈ ਕਿ ਮੁਸਲਮਾਨ ਹੈ, ਤਾਂ ਉਹ ਕਹਿੰਦੇ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਗੱਲ ਤਾਂ ਅਮਲਾਂ ਦੀ ਹੈ ਤੇ ਹੱਕ ਪਰਾਇਆ ਨਾਨਕਾ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਫਿਲਾਸਫੀ ਹੈ, ਉਹਦਾ ਜਿਹੜਾ ਦਰਸ਼ਨ ਸ਼ਾਸਤਰ ਹੈ, ਇਹ ਸਾਖੀ ਉਸ ਦੀ ਪ੍ਰਤੀਨਿਧਤਾ ਕਰਦੀ ਸਾਨੂੰ ਨਜ਼ਰ ਆਉਂਦੀ ਹੈ। ਇਸ ਲਿਹਾਜ਼ ਨਾਲ ਇਹ ਪਾਠ ਬੇਹੱਦ ਮਹੱਤਵਪੂਰਨ ਹੈ। ਇਸ ਦੇ ਵਾਰਤਕ ਅੰਸ਼, ਚੁਣਿੰਦਾ ਵਾਰਤਕ ਅੰਸ਼ ਮੈਂ ਆਪ ਜੀ ਦੀ ਨਜ਼ਰ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ। ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਰਹਿ ਵੀ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਕਰੋਗੇ ਮੇਰੀਆਂ ਗਲਤੀਆਂ ਨੂੰ। ਇਸ ਉਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।